ਕੈਨੇਡਾ ਤੋਂ ਇੱਕ ਗੰਭੀਰ ਅਤੇ ਵਿੱਤੀ ਘੁਟਾਲੇ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿੱਤੀ ਰੈਗੂਲੇਟਰ ਨੇ ਮੌਂਟਰੀਅਲ ਦੇ ਇੱਕ ਨਿਵੇਸ਼ ਯੋਜਨਾਕਾਰ ਉੱਤੇ ਭਾਰੀ ਜੁਰਮਾਨਾ ਲਗਾਇਆ ਤੇ ਦੋਸ਼ ਹੈ ਕਿ ਇਸ ਯੋਜਨਾਕਾਰ ਨੇ ਆਪਣੇ ਹੀ ਗਾਹਕਾਂ ਦੇ ਭਰੋਸੇ ਦੇ ਨਾਲ ਖੇਡਦਿਆਂ ਉਹਨਾਂ ਤੋਂ $2 ਲੱਖ ਦੀ ਵੱਡੀ ਰਕਮ ਦੁਰਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ 2 ਗਾਹਕਾਂ ਦੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜੇਸ਼ਨ, ਜਿਸ ਨੂੰ CIRO ਵੀ ਕਿਹਾ ਜਾਂਦਾ ਹੈ, ਅਤੇ ਜੋ ਨਿਵੇਸ਼ ਉੱਤੇ ਮਿਊਚੁਅਲ ਫੰਡ ਡੀਲਰਾਂ ਦੀ ਨਿਗਰਾਨੀ ਕਰਦੀ ਹੈ, ਉਸਨੇ ਆਪਣੇ ਫੈਸਲੇ ਦੇ ਵਿੱਚ ਦੱਸਿਆ ਕਿ 34 ਸਾਲ ਉਮਰ ਨਾਇਕ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਕੇ ਲਗਭਗ $2,04,000 ਕੈਨੇਡੀਅਨ ਡਾਲਰ ਅਤੇ $15,000 ਦੀ ਰਕਮ ਦੀ ਗਬਨ ਕੀਤੀ ਹੈ। CIRO ਮੁਤਾਬਕ ਇਹ ਸਾਰੀਆਂ ਘਟਨਾਵਾਂ ਮਈ 2020 ਤੋਂ ਅਗਸਤ 2021 ਦੇ ਦਰਮਿਆਨ ਹੋਈਆਂ, ਜਦੋਂ ਨਾਇਕ ਮੌਂਟਰੀਅਲ ਦੇ ਉਪਨਗਰ ਡੋਲਾਰਡ ਡੇਸ ਔਰ ਮੌਕਸ ਦੇ ਵਿੱਚ TD ਵਾਟਰ ਹਾਊਸ ਕੈਨੇਡਾ ਦੇ ਨਾਲ ਰਜਿਸਟਰ ਸੀ। ਇਹਨਾਂ ਮਾਮਲਿਆਂ ਦੇ ਵਿੱਚ ਉਹ ਗਾਹਕ ਸ਼ਾਮਲ ਸਨ ਜੋ ਜਾਂ ਤਾਂ ਕਮਜ਼ੋਰ ਬਜ਼ੁਰਗ ਸਨ ਜਾਂ ਜਿਨ੍ਹਾਂ ਦੀ ਹਾਲ ਦੇ ਵਿੱਚ ਮੌਤ ਹੋ ਚੁੱਕੀ ਸੀ। ਰੈਗੂਲੇਟਰ ਨੇ ਨਾਇਕ ਉੱਤੇ $1 ਲੱਖ ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਨੂੰ ਪ੍ਰਤੀਭੂਤੀਆਂ ਦੇ ਨਾਲ ਸੰਬੰਧਿਤ ਕਿਸੇ ਕਿਸਮ ਦੇ ਕਾਰੋਬਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ $59,000 ਤੋਂ ਵੱਧ ਦੀ ਵਾਪਸੀ ਅਤੇ $5,000 ਦੇ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਨੇ। CIRO ਦੇ ਫੈਸਲੇ ਅਨੁਸਾਰ ਇੱਕ ਮਾਮਲੇ ਦੇ ਵਿੱਚ ਨਾਇਕ ਨੇ ਮਈ 2020 ਦੇ ਵਿੱਚ ਆਪਣੇ ਇੱਕ ਗਾਹਕ ਦੇ ਨਾਮ ਉੱਤੇ ਬੈਂਕ ਖਾਤਾ ਖੋਲ੍ਹਿਆ, ਜਦੋਂ ਕਿ ਉਸ ਗਾਹਕ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਉਸ ਖਾਤੇ ਦੇ ਰਾਹੀਂ ਕਈ ਵਾਰ ਫੰਡ ਟ੍ਰਾਂਸਫਰ ਕਰਕੇ ਕਰੀਬ $60,000 ਦੀ ਰਕਮ ਆਪਣੇ ਲਾਭ ਦੇ ਲਈ ਵਰਤੀ ਗਈ। ਇਹਨਾਂ ਪੈਸੇ ਦੇ ਵਿੱਚ ਕੁਝ ਰਕਮ ਉਸ ਘਰ ਦੇ ਠੇਕੇਦਾਰ ਨੂੰ ਦਿੱਤੀ ਗਈ, ਜਿਸ ਰਾਹੀਂ ਨਾਇਕ ਅਤੇ ਉਸ ਦੇ ਜੀਵਨ ਸਾਥੀ ਨਵਾਂ ਘਰ ਖਰੀਦ ਰਹੇ ਸਨ। ਇੱਕ ਹੋਰ ਮਾਮਲੇ ਦੇ ਵਿੱਚ ਨਾਇਕ ਨੇ 90 ਸਾਲ ਤੋਂ ਵੱਧ ਉਮਰ ਦੇ ਇੱਕ ਹੋਰ ਗਾਹਕ ਤੋਂ ਦਸਤਖਤ ਕੀਤੇ ਖਾਲੀ ਚੈੱਕ ਵੀ ਲਏ ਨੇ। ਨਿਵੇਸ਼ ਟ੍ਰਾਂਸਫਰ ਕਰਨ ਦੀ ਬਜਾਏ ਉਸ ਨੇ ਇਹ ਚੈੱਕ ਦੀ ਨਿੱਜੀ ਖਰਚੇ ਦੇ ਲਈ ਵਰਤੋਂ ਕੀਤੀ। ਕੁਝ ਹੀ ਸਮੇਂ ਬਾਅਦ ਉਸ ਗਾਹਕ ਦੀ ਵੀ ਮੌਤ ਹੋ ਗਈ। CIRO ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਸਿਰਫ ਇੱਕ ਕਾਨੂੰਨੀ ਗਲਤੀ ਨਹੀਂ, ਸਗੋਂ ਭਰੋਸੇ ਦੇ ਰਿਸ਼ਤੇ ਦੀ ਗੰਭੀਰ ਉਲੰਘਣਾ ਹੈ। ਅਜਿਹੀ ਕਰਤੂਤਾਂ ਨੂੰ ਨੈਤਿਕ ਤੌਰ ਉੱਤੇ ਅਸਵੀਕਾਰਨਯੋਗ ਅਤੇ ਸਥਾਈ ਅਯੋਗਤਾ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਮੇਰ ਨਾਇਕ ਨਵੰਬਰ 2021 ਤੋਂ ਬਾਅਦ CIRO ਮੈਂਬਰ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ ਰੱਖਦਾ ਹੈ। ਇਹ ਮਾਮਲਾ ਨਿਵੇਸ਼ ਖੇਤਰ ਦੇ ਵਿੱਚ ਭਰੋਸੇ ਅਤੇ ਨਿਗਰਾਨੀ ਦੀ ਅਹਿਮੀਅਤ ਉੱਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਕੈਨੇਡਾ ਤੋਂ ਇੱਕ ਗੰਭੀਰ ਅਤੇ ਵਿੱਤੀ ਘੁਟਾਲੇ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿੱਤੀ ਰੈਗੂਲੇਟਰ ਨੇ ਮੌਂਟਰੀਅਲ ਦੇ ਇੱਕ ਨਿਵੇਸ਼ ਯੋਜਨਾਕਾਰ ਉੱਤੇ ਭਾਰੀ ਜੁਰਮਾਨਾ ਲਗਾਇਆ ਤੇ ਦੋਸ਼ ਹੈ ਕਿ ਇਸ ਯੋਜਨਾਕਾਰ ਨੇ ਆਪਣੇ ਹੀ ਗਾਹਕਾਂ ਦੇ ਭਰੋਸੇ ਦੇ ਨਾਲ ਖੇਡਦਿਆਂ ਉਹਨਾਂ ਤੋਂ $2 ਲੱਖ ਦੀ ਵੱਡੀ ਰਕਮ ਦੁਰਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ 2 ਗਾਹਕਾਂ ਦੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜੇਸ਼ਨ, ਜਿਸ ਨੂੰ CIRO ਵੀ ਕਿਹਾ ਜਾਂਦਾ ਹੈ, ਅਤੇ ਜੋ ਨਿਵੇਸ਼ ਉੱਤੇ ਮਿਊਚੁਅਲ ਫੰਡ ਡੀਲਰਾਂ ਦੀ ਨਿਗਰਾਨੀ ਕਰਦੀ ਹੈ, ਉਸਨੇ ਆਪਣੇ ਫੈਸਲੇ ਦੇ ਵਿੱਚ ਦੱਸਿਆ ਕਿ 34 ਸਾਲ ਉਮਰ ਨਾਇਕ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਕੇ ਲਗਭਗ $2,04,000 ਕੈਨੇਡੀਅਨ ਡਾਲਰ ਅਤੇ $15,000 ਦੀ ਰਕਮ ਦੀ ਗਬਨ ਕੀਤੀ ਹੈ। CIRO ਮੁਤਾਬਕ ਇਹ ਸਾਰੀਆਂ ਘਟਨਾਵਾਂ ਮਈ 2020 ਤੋਂ ਅਗਸਤ 2021 ਦੇ ਦਰਮਿਆਨ ਹੋਈਆਂ, ਜਦੋਂ ਨਾਇਕ ਮੌਂਟਰੀਅਲ ਦੇ ਉਪਨਗਰ ਡੋਲਾਰਡ ਡੇਸ ਔਰ ਮੌਕਸ ਦੇ ਵਿੱਚ TD ਵਾਟਰ ਹਾਊਸ ਕੈਨੇਡਾ ਦੇ ਨਾਲ ਰਜਿਸਟਰ ਸੀ। ਇਹਨਾਂ ਮਾਮਲਿਆਂ ਦੇ ਵਿੱਚ ਉਹ ਗਾਹਕ ਸ਼ਾਮਲ ਸਨ ਜੋ ਜਾਂ ਤਾਂ ਕਮਜ਼ੋਰ ਬਜ਼ੁਰਗ ਸਨ ਜਾਂ ਜਿਨ੍ਹਾਂ ਦੀ ਹਾਲ ਦੇ ਵਿੱਚ ਮੌਤ ਹੋ ਚੁੱਕੀ ਸੀ। ਰੈਗੂਲੇਟਰ ਨੇ ਨਾਇਕ ਉੱਤੇ $1 ਲੱਖ ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਨੂੰ ਪ੍ਰਤੀਭੂਤੀਆਂ ਦੇ ਨਾਲ ਸੰਬੰਧਿਤ ਕਿਸੇ ਕਿਸਮ ਦੇ ਕਾਰੋਬਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ $59,000 ਤੋਂ ਵੱਧ ਦੀ ਵਾਪਸੀ ਅਤੇ $5,000 ਦੇ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਨੇ। CIRO ਦੇ ਫੈਸਲੇ ਅਨੁਸਾਰ ਇੱਕ ਮਾਮਲੇ ਦੇ ਵਿੱਚ ਨਾਇਕ ਨੇ ਮਈ 2020 ਦੇ ਵਿੱਚ ਆਪਣੇ ਇੱਕ ਗਾਹਕ ਦੇ ਨਾਮ ਉੱਤੇ ਬੈਂਕ ਖਾਤਾ ਖੋਲ੍ਹਿਆ, ਜਦੋਂ ਕਿ ਉਸ ਗਾਹਕ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਉਸ ਖਾਤੇ ਦੇ ਰਾਹੀਂ ਕਈ ਵਾਰ ਫੰਡ ਟ੍ਰਾਂਸਫਰ ਕਰਕੇ ਕਰੀਬ $60,000 ਦੀ ਰਕਮ ਆਪਣੇ ਲਾਭ ਦੇ ਲਈ ਵਰਤੀ ਗਈ। ਇਹਨਾਂ ਪੈਸੇ ਦੇ ਵਿੱਚ ਕੁਝ ਰਕਮ ਉਸ ਘਰ ਦੇ ਠੇਕੇਦਾਰ ਨੂੰ ਦਿੱਤੀ ਗਈ, ਜਿਸ ਰਾਹੀਂ ਨਾਇਕ ਅਤੇ ਉਸ ਦੇ ਜੀਵਨ ਸਾਥੀ ਨਵਾਂ ਘਰ ਖਰੀਦ ਰਹੇ ਸਨ। ਇੱਕ ਹੋਰ ਮਾਮਲੇ ਦੇ ਵਿੱਚ ਨਾਇਕ ਨੇ 90 ਸਾਲ ਤੋਂ ਵੱਧ ਉਮਰ ਦੇ ਇੱਕ ਹੋਰ ਗਾਹਕ ਤੋਂ ਦਸਤਖਤ ਕੀਤੇ ਖਾਲੀ ਚੈੱਕ ਵੀ ਲਏ ਨੇ। ਨਿਵੇਸ਼ ਟ੍ਰਾਂਸਫਰ ਕਰਨ ਦੀ ਬਜਾਏ ਉਸ ਨੇ ਇਹ ਚੈੱਕ ਦੀ ਨਿੱਜੀ ਖਰਚੇ ਦੇ ਲਈ ਵਰਤੋਂ ਕੀਤੀ। ਕੁਝ ਹੀ ਸਮੇਂ ਬਾਅਦ ਉਸ ਗਾਹਕ ਦੀ ਵੀ ਮੌਤ ਹੋ ਗਈ। CIRO ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਸਿਰਫ ਇੱਕ ਕਾਨੂੰਨੀ ਗਲਤੀ ਨਹੀਂ, ਸਗੋਂ ਭਰੋਸੇ ਦੇ ਰਿਸ਼ਤੇ ਦੀ ਗੰਭੀਰ ਉਲੰਘਣਾ ਹੈ। ਅਜਿਹੀ ਕਰਤੂਤਾਂ ਨੂੰ ਨੈਤਿਕ ਤੌਰ ਉੱਤੇ ਅਸਵੀਕਾਰਨਯੋਗ ਅਤੇ ਸਥਾਈ ਅਯੋਗਤਾ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਮਰ ਨਾਇਕ ਨਵੰਬਰ 2021 ਤੋਂ ਬਾਅਦ CIRO ਮੈਂਬਰ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ
ਰੱਖਦਾ ਹੈ। ਇਹ ਮਾਮਲਾ ਨਿਵੇਸ਼ ਖੇਤਰ ਦੇ ਵਿੱਚ ਭਰੋਸੇ ਅਤੇ ਨਿਗਰਾਨੀ ਦੀ ਅਹਿਮੀਅਤ ਉੱਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਕੈਨੇਡਾ ਤੋਂ ਇੱਕ ਗੰਭੀਰ ਅਤੇ ਵਿੱਤੀ ਘੁਟਾਲੇ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿੱਤੀ ਰੈਗੂਲੇਟਰ ਨੇ ਮੌਂਟਰੀਅਲ ਦੇ ਇੱਕ ਨਿਵੇਸ਼ ਯੋਜਨਾਕਾਰ ਉੱਤੇ ਭਾਰੀ ਜੁਰਮਾਨਾ ਲਗਾਇਆ ਤੇ ਦੋਸ਼ ਹੈ ਕਿ ਇਸ ਯੋਜਨਾਕਾਰ ਨੇ ਆਪਣੇ ਹੀ ਗਾਹਕਾਂ ਦੇ ਭਰੋਸੇ ਦੇ ਨਾਲ ਖੇਡਦਿਆਂ ਉਹਨਾਂ ਤੋਂ $2 ਲੱਖ ਦੀ ਵੱਡੀ ਰਕਮ ਦੁਰਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ 2 ਗਾਹਕਾਂ ਦੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜੇਸ਼ਨ, ਜਿਸ ਨੂੰ CIRO ਵੀ ਕਿਹਾ ਜਾਂਦਾ ਹੈ, ਅਤੇ ਜੋ ਨਿਵੇਸ਼ ਉੱਤੇ ਮਿਊਚੁਅਲ ਫੰਡ ਡੀਲਰਾਂ ਦੀ ਨਿਗਰਾਨੀ ਕਰਦੀ ਹੈ, ਉਸਨੇ ਆਪਣੇ ਫੈਸਲੇ ਦੇ ਵਿੱਚ ਦੱਸਿਆ ਕਿ 34 ਸਾਲ ਉਮਰ ਨਾਇਕ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਕੇ ਲਗਭਗ $2,04,000 ਕੈਨੇਡੀਅਨ ਡਾਲਰ ਅਤੇ $15,000 ਦੀ ਰਕਮ ਦੀ ਗਬਨ ਕੀਤੀ ਹੈ। CIRO ਮੁਤਾਬਕ ਇਹ ਸਾਰੀਆਂ ਘਟਨਾਵਾਂ ਮਈ 2020 ਤੋਂ ਅਗਸਤ 2021 ਦੇ ਦਰਮਿਆਨ ਹੋਈਆਂ, ਜਦੋਂ ਨਾਇਕ ਮੌਂਟਰੀਅਲ ਦੇ ਉਪਨਗਰ ਡੋਲਾਰਡ ਡੇਸ ਔਰ ਮੌਕਸ ਦੇ ਵਿੱਚ TD ਵਾਟਰ ਹਾਊਸ ਕੈਨੇਡਾ ਦੇ ਨਾਲ ਰਜਿਸਟਰ ਸੀ। ਇਹਨਾਂ ਮਾਮਲਿਆਂ ਦੇ ਵਿੱਚ ਉਹ ਗਾਹਕ ਸ਼ਾਮਲ ਸਨ ਜੋ ਜਾਂ ਤਾਂ ਕਮਜ਼ੋਰ ਬਜ਼ੁਰਗ ਸਨ ਜਾਂ ਜਿਨ੍ਹਾਂ ਦੀ ਹਾਲ ਦੇ ਵਿੱਚ ਮੌਤ ਹੋ ਚੁੱਕੀ ਸੀ। ਰੈਗੂਲੇਟਰ ਨੇ ਨਾਇਕ ਉੱਤੇ $1 ਲੱਖ ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਨੂੰ ਪ੍ਰਤੀਭੂਤੀਆਂ ਦੇ ਨਾਲ ਸੰਬੰਧਿਤ ਕਿਸੇ ਕਿਸਮ ਦੇ ਕਾਰੋਬਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ $59,000 ਤੋਂ ਵੱਧ ਦੀ ਵਾਪਸੀ ਅਤੇ $5,000 ਦੇ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਨੇ। CIRO ਦੇ ਫੈਸਲੇ ਅਨੁਸਾਰ ਇੱਕ ਮਾਮਲੇ ਦੇ ਵਿੱਚ ਨਾਇਕ ਨੇ ਮਈ 2020 ਦੇ ਵਿੱਚ ਆਪਣੇ ਇੱਕ ਗਾਹਕ ਦੇ ਨਾਮ ਉੱਤੇ ਬੈਂਕ ਖਾਤਾ ਖੋਲ੍ਹਿਆ, ਜਦੋਂ ਕਿ ਉਸ ਗਾਹਕ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਉਸ ਖਾਤੇ ਦੇ ਰਾਹੀਂ ਕਈ ਵਾਰ ਫੰਡ ਟ੍ਰਾਂਸਫਰ ਕਰਕੇ ਕਰੀਬ $60,000 ਦੀ ਰਕਮ ਆਪਣੇ ਲਾਭ ਦੇ ਲਈ ਵਰਤੀ ਗਈ। ਇਹਨਾਂ ਪੈਸੇ ਦੇ ਵਿੱਚ ਕੁਝ ਰਕਮ ਉਸ ਘਰ ਦੇ ਠੇਕੇਦਾਰ ਨੂੰ ਦਿੱਤੀ ਗਈ, ਜਿਸ ਰਾਹੀਂ ਨਾਇਕ ਅਤੇ ਉਸ ਦੇ ਜੀਵਨ ਸਾਥੀ ਨਵਾਂ ਘਰ ਖਰੀਦ ਰਹੇ ਸਨ। ਇੱਕ ਹੋਰ ਮਾਮਲੇ ਦੇ ਵਿੱਚ ਨਾਇਕ ਨੇ 90 ਸਾਲ ਤੋਂ ਵੱਧ ਉਮਰ ਦੇ ਇੱਕ ਹੋਰ ਗਾਹਕ ਤੋਂ ਦਸਤਖਤ ਕੀਤੇ ਖਾਲੀ ਚੈੱਕ ਵੀ ਲਏ ਨੇ। ਨਿਵੇਸ਼ ਟ੍ਰਾਂਸਫਰ ਕਰਨ ਦੀ ਬਜਾਏ ਉਸ ਨੇ ਇਹ ਚੈੱਕ ਦੀ ਨਿੱਜੀ ਖਰਚੇ ਦੇ ਲਈ ਵਰਤੋਂ ਕੀਤੀ। ਕੁਝ ਹੀ ਸਮੇਂ ਬਾਅਦ ਉਸ ਗਾਹਕ ਦੀ ਵੀ ਮੌਤ ਹੋ ਗਈ। CIRO ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਸਿਰਫ ਇੱਕ ਕਾਨੂੰਨੀ ਗਲਤੀ ਨਹੀਂ, ਸਗੋਂ ਭਰੋਸੇ ਦੇ ਰਿਸ਼ਤੇ ਦੀ ਗੰਭੀਰ ਉਲੰਘਣਾ ਹੈ। ਅਜਿਹੀ ਕਰਤੂਤਾਂ ਨੂੰ ਨੈਤਿਕ ਤੌਰ ਉੱਤੇ ਅਸਵੀਕਾਰਨਯੋਗ ਅਤੇ ਸਥਾਈ ਅਯੋਗਤਾ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਮੇਰ ਨਾਇਕ ਨਵੰਬਰ 2021 ਤੋਂ ਬਾਅਦ CIRO ਮੈਂਬਰ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ ਰੱਖਦਾ ਹੈ। ਇਹ ਮਾਮਲਾ ਨਿਵੇਸ਼ ਖੇਤਰ ਦੇ ਵਿੱਚ ਭਰੋਸੇ ਅਤੇ ਨਿਗਰਾਨੀ ਦੀ ਅਹਿਮੀਅਤ ਉੱਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਕੈਨੇਡਾ ਤੋਂ ਇੱਕ ਗੰਭੀਰ ਅਤੇ ਵਿੱਤੀ ਘੁਟਾਲੇ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿੱਤੀ ਰੈਗੂਲੇਟਰ ਨੇ ਮੌਂਟਰੀਅਲ ਦੇ ਇੱਕ ਨਿਵੇਸ਼ ਯੋਜਨਾਕਾਰ ਉੱਤੇ ਭਾਰੀ ਜੁਰਮਾਨਾ ਲਗਾਇਆ ਤੇ ਦੋਸ਼ ਹੈ ਕਿ ਇਸ ਯੋਜਨਾਕਾਰ ਨੇ ਆਪਣੇ ਹੀ ਗਾਹਕਾਂ ਦੇ ਭਰੋਸੇ ਦੇ ਨਾਲ ਖੇਡਦਿਆਂ ਉਹਨਾਂ ਤੋਂ $2 ਲੱਖ ਦੀ ਵੱਡੀ ਰਕਮ ਦੁਰਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ 2 ਗਾਹਕਾਂ ਦੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜੇਸ਼ਨ, ਜਿਸ ਨੂੰ CIRO ਵੀ ਕਿਹਾ ਜਾਂਦਾ ਹੈ, ਅਤੇ ਜੋ ਨਿਵੇਸ਼ ਉੱਤੇ ਮਿਊਚੁਅਲ ਫੰਡ ਡੀਲਰਾਂ ਦੀ ਨਿਗਰਾਨੀ ਕਰਦੀ ਹੈ, ਉਸਨੇ ਆਪਣੇ ਫੈਸਲੇ ਦੇ ਵਿੱਚ ਦੱਸਿਆ ਕਿ 34 ਸਾਲ ਉਮਰ ਨਾਇਕ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਕੇ ਲਗਭਗ $2,04,000 ਕੈਨੇਡੀਅਨ ਡਾਲਰ ਅਤੇ $15,000 ਦੀ ਰਕਮ ਦੀ ਗਬਨ ਕੀਤੀ ਹੈ। CIRO ਮੁਤਾਬਕ ਇਹ ਸਾਰੀਆਂ ਘਟਨਾਵਾਂ ਮਈ 2020 ਤੋਂ ਅਗਸਤ 2021 ਦੇ ਦਰਮਿਆਨ ਹੋਈਆਂ, ਜਦੋਂ ਨਾਇਕ ਮੌਂਟਰੀਅਲ ਦੇ ਉਪਨਗਰ ਡੋਲਾਰਡ ਡੇਸ ਔਰ ਮੌਕਸ ਦੇ ਵਿੱਚ TD ਵਾਟਰ ਹਾਊਸ ਕੈਨੇਡਾ ਦੇ ਨਾਲ ਰਜਿਸਟਰ ਸੀ। ਇਹਨਾਂ ਮਾਮਲਿਆਂ ਦੇ ਵਿੱਚ ਉਹ ਗਾਹਕ ਸ਼ਾਮਲ ਸਨ ਜੋ ਜਾਂ ਤਾਂ ਕਮਜ਼ੋਰ ਬਜ਼ੁਰਗ ਸਨ ਜਾਂ ਜਿਨ੍ਹਾਂ ਦੀ ਹਾਲ ਦੇ ਵਿੱਚ ਮੌਤ ਹੋ ਚੁੱਕੀ ਸੀ। ਰੈਗੂਲੇਟਰ ਨੇ ਨਾਇਕ ਉੱਤੇ $1 ਲੱਖ ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਨੂੰ ਪ੍ਰਤੀਭੂਤੀਆਂ ਦੇ ਨਾਲ ਸੰਬੰਧਿਤ ਕਿਸੇ ਕਿਸਮ ਦੇ ਕਾਰੋਬਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ $59,000 ਤੋਂ ਵੱਧ ਦੀ ਵਾਪਸੀ ਅਤੇ $5,000 ਦੇ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਨੇ। CIRO ਦੇ ਫੈਸਲੇ ਅਨੁਸਾਰ ਇੱਕ ਮਾਮਲੇ ਦੇ ਵਿੱਚ ਨਾਇਕ ਨੇ ਮਈ 2020 ਦੇ ਵਿੱਚ ਆਪਣੇ ਇੱਕ ਗਾਹਕ ਦੇ ਨਾਮ ਉੱਤੇ ਬੈਂਕ ਖਾਤਾ ਖੋਲ੍ਹਿਆ, ਜਦੋਂ ਕਿ ਉਸ ਗਾਹਕ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਉਸ ਖਾਤੇ ਦੇ ਰਾਹੀਂ ਕਈ ਵਾਰ ਫੰਡ ਟ੍ਰਾਂਸਫਰ ਕਰਕੇ ਕਰੀਬ $60,000 ਦੀ ਰਕਮ ਆਪਣੇ ਲਾਭ ਦੇ ਲਈ ਵਰਤੀ ਗਈ। ਇਹਨਾਂ ਪੈਸੇ ਦੇ ਵਿੱਚ ਕੁਝ ਰਕਮ ਉਸ ਘਰ ਦੇ ਠੇਕੇਦਾਰ ਨੂੰ ਦਿੱਤੀ ਗਈ, ਜਿਸ ਰਾਹੀਂ ਨਾਇਕ ਅਤੇ ਉਸ ਦੇ ਜੀਵਨ ਸਾਥੀ ਨਵਾਂ ਘਰ ਖਰੀਦ ਰਹੇ ਸਨ। ਇੱਕ ਹੋਰ ਮਾਮਲੇ ਦੇ ਵਿੱਚ ਨਾਇਕ ਨੇ 90 ਸਾਲ ਤੋਂ ਵੱਧ ਉਮਰ ਦੇ ਇੱਕ ਹੋਰ ਗਾਹਕ ਤੋਂ ਦਸਤਖਤ ਕੀਤੇ ਖਾਲੀ ਚੈੱਕ ਵੀ ਲਏ ਨੇ। ਨਿਵੇਸ਼ ਟ੍ਰਾਂਸਫਰ ਕਰਨ ਦੀ ਬਜਾਏ ਉਸ ਨੇ ਇਹ ਚੈੱਕ ਦੀ ਨਿੱਜੀ ਖਰਚੇ ਦੇ ਲਈ ਵਰਤੋਂ ਕੀਤੀ। ਕੁਝ ਹੀ ਸਮੇਂ ਬਾਅਦ ਉਸ ਗਾਹਕ ਦੀ ਵੀ ਮੌਤ ਹੋ ਗਈ। CIRO ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਸਿਰਫ ਇੱਕ ਕਾਨੂੰਨੀ ਗਲਤੀ ਨਹੀਂ, ਸਗੋਂ ਭਰੋਸੇ ਦੇ ਰਿਸ਼ਤੇ ਦੀ ਗੰਭੀਰ ਉਲੰਘਣਾ ਹੈ। ਅਜਿਹੀ ਕਰਤੂਤਾਂ ਨੂੰ ਨੈਤਿਕ ਤੌਰ ਉੱਤੇ ਅਸਵੀਕਾਰਨਯੋਗ ਅਤੇ ਸਥਾਈ ਅਯੋਗਤਾ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਮਰ ਨਾਇਕ ਨਵੰਬਰ 2021 ਤੋਂ ਬਾਅਦ CIRO ਮੈਂਬਰ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ
ਰੱਖਦਾ ਹੈ। ਇਹ ਮਾਮਲਾ ਨਿਵੇਸ਼ ਖੇਤਰ ਦੇ ਵਿੱਚ ਭਰੋਸੇ ਅਤੇ ਨਿਗਰਾਨੀ ਦੀ ਅਹਿਮੀਅਤ ਉੱਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਕੈਨੇਡਾ ਤੋਂ ਇੱਕ ਗੰਭੀਰ ਅਤੇ ਵਿੱਤੀ ਘੁਟਾਲੇ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿੱਤੀ ਰੈਗੂਲੇਟਰ ਨੇ ਮੌਂਟਰੀਅਲ ਦੇ ਇੱਕ ਨਿਵੇਸ਼ ਯੋਜਨਾਕਾਰ ਉੱਤੇ ਭਾਰੀ ਜੁਰਮਾਨਾ ਲਗਾਇਆ ਤੇ ਦੋਸ਼ ਹੈ ਕਿ ਇਸ ਯੋਜਨਾਕਾਰ ਨੇ ਆਪਣੇ ਹੀ ਗਾਹਕਾਂ ਦੇ ਭਰੋਸੇ ਦੇ ਨਾਲ ਖੇਡਦਿਆਂ ਉਹਨਾਂ ਤੋਂ $2 ਲੱਖ ਦੀ ਵੱਡੀ ਰਕਮ ਦੁਰਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ 2 ਗਾਹਕਾਂ ਦੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜੇਸ਼ਨ, ਜਿਸ ਨੂੰ CIRO ਵੀ ਕਿਹਾ ਜਾਂਦਾ ਹੈ, ਅਤੇ ਜੋ ਨਿਵੇਸ਼ ਉੱਤੇ ਮਿਊਚੁਅਲ ਫੰਡ ਡੀਲਰਾਂ ਦੀ ਨਿਗਰਾਨੀ ਕਰਦੀ ਹੈ, ਉਸਨੇ ਆਪਣੇ ਫੈਸਲੇ ਦੇ ਵਿੱਚ ਦੱਸਿਆ ਕਿ 34 ਸਾਲ ਉਮਰ ਨਾਇਕ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਕੇ ਲਗਭਗ $2,04,000 ਕੈਨੇਡੀਅਨ ਡਾਲਰ ਅਤੇ $15,000 ਅਮਰੀਕੀ ਡਾਲਰ ਦੀ ਰਕਮ ਦੀ ਗਬਨ ਕੀਤੀ ਹੈ। CIRO ਮੁਤਾਬਕ ਇਹ ਸਾਰੀਆਂ ਘਟਨਾਵਾਂ ਮਈ 2020 ਤੋਂ ਅਗਸਤ 2021 ਦੇ ਦਰਮਿਆਨ ਹੋਈਆਂ, ਜਦੋਂ ਨਾਇਕ ਮੌਂਟਰੀਅਲ ਦੇ ਉਪਨਗਰ ਡੋਲਾਰਡ ਡੇਸ ਔਰ ਮੌਕਸ ਦੇ ਵਿੱਚ TD ਵਾਟਰ ਹਾਊਸ ਕੈਨੇਡਾ ਦੇ ਨਾਲ ਰਜਿਸਟਰ ਸੀ। ਇਹਨਾਂ ਮਾਮਲਿਆਂ ਦੇ ਵਿੱਚ ਉਹ ਗਾਹਕ ਸ਼ਾਮਲ ਸਨ ਜੋ ਜਾਂ ਤਾਂ ਕਮਜ਼ੋਰ ਬਜ਼ੁਰਗ ਸਨ ਜਾਂ ਜਿਨ੍ਹਾਂ ਦੀ ਹਾਲ ਦੇ ਵਿੱਚ ਮੌਤ ਹੋ ਚੁੱਕੀ ਸੀ। ਰੈਗੂਲੇਟਰ ਨੇ ਨਾਇਕ ਉੱਤੇ $1 ਲੱਖ ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਨੂੰ ਪ੍ਰਤੀਭੂਤੀਆਂ ਦੇ ਨਾਲ ਸੰਬੰਧਿਤ ਕਿਸੇ ਕਿਸਮ ਦੇ ਕਾਰੋਬਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ $59,000 ਤੋਂ ਵੱਧ ਦੀ ਵਾਪਸੀ ਅਤੇ $5,000 ਦੇ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਨੇ। CIRO ਦੇ ਫੈਸਲੇ ਅਨੁਸਾਰ ਇੱਕ ਮਾਮਲੇ ਦੇ ਵਿੱਚ ਨਾਇਕ ਨੇ ਮਈ 2020 ਦੇ ਵਿੱਚ ਆਪਣੇ ਇੱਕ ਗਾਹਕ ਦੇ ਨਾਮ ਉੱਤੇ ਬੈਂਕ ਖਾਤਾ ਖੋਲ੍ਹਿਆ, ਜਦੋਂ ਕਿ ਉਸ ਗਾਹਕ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਉਸ ਖਾਤੇ ਦੇ ਰਾਹੀਂ ਕਈ ਵਾਰ ਫੰਡ ਟ੍ਰਾਂਸਫਰ ਕਰਕੇ ਕਰੀਬ $60,000 ਦੀ ਰਕਮ ਆਪਣੇ ਲਾਭ ਦੇ ਲਈ ਵਰਤੀ ਗਈ। ਇਹਨਾਂ ਪੈਸੇ ਦੇ ਵਿੱਚ ਕੁਝ ਰਕਮ ਉਸ ਘਰ ਦੇ ਠੇਕੇਦਾਰ ਨੂੰ ਦਿੱਤੀ ਗਈ, ਜਿਸ ਰਾਹੀਂ ਨਾਇਕ ਅਤੇ ਉਸਦੇ ਜੀਵਨ ਸਾਥੀ ਨਵਾਂ ਘਰ ਖਰੀਦ ਰਹੇ ਸਨ। ਇੱਕ ਹੋਰ ਮਾਮਲੇ ਦੇ ਵਿੱਚ ਨਾਇਕ ਨੇ 90 ਸਾਲ ਤੋਂ ਵੱਧ ਉਮਰ ਦੇ ਇੱਕ ਹੋਰ ਗਾਹਕ ਤੋਂ ਦਸਤਖਤ ਕੀਤੇ ਖਾਲੀ ਚੈੱਕ ਵੀ ਲਏ ਨੇ। ਨਿਵੇਸ਼ ਟ੍ਰਾਂਸਫਰ ਕਰਨ ਦੀ ਬਜਾਏ ਉਸ ਨੇ ਇਹ ਚੈੱਕ ਦੀ ਨਿੱਜੀ ਖਰਚੇ ਦੇ ਲਈ ਵਰਤੋਂ ਕੀਤੀ। ਕੁਝ ਹੀ ਸਮੇਂ ਬਾਅਦ ਉਸ ਗਾਹਕ ਦੀ ਵੀ ਮੌਤ ਹੋ ਗਈ। CIRO ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਸਿਰਫ ਇੱਕ ਕਾਨੂੰਨੀ ਗਲਤੀ ਨਹੀਂ, ਸਗੋਂ ਭਰੋਸੇ ਦੇ ਰਿਸ਼ਤੇ ਦੀ ਗੰਭੀਰ ਉਲੰਘਣਾ ਹੈ। ਅਜਿਹੀ ਕਰਤੂਤਾਂ ਨੂੰ ਨੈਤਿਕ ਤੌਰ ਉੱਤੇ ਅਸਵੀਕਾਰਨਯੋਗ ਅਤੇ ਸਥਾਈ ਅਯੋਗਤਾ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਉਮੇਰ ਨਾਇਕ ਨਵੰਬਰ 2021 ਤੋਂ ਬਾਅਦ CIRO ਮੈਂਬਰ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ ਰੱਖਦਾ ਹੈ। ਇਹ ਮਾਮਲਾ ਨਿਵੇਸ਼ ਖੇਤਰ ਦੇ ਵਿੱਚ ਭਰੋਸੇ ਅਤੇ ਨਿਗਰਾਨੀ ਦੀ ਅਹਿਮੀਅਤ ਉੱਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।